ਸਤਿ ਸ੍ਰੀ ਅਕਾਲ। ਜ਼ਰਾ ਸੋਚੋ ਕਿ ਬ੍ਰਹਿਮੰਡ ਦਾ ਸਭ ਤੋਂ ਛੋਟਾ ਅਣਦੇਖਿਆ ਕਣ ਹਿਮਾਲਿਆ ਤੇ ਮੰਡਰਾ ਰਹੇ ਇੱਕ ਵੱਡੇ ਸੰਕਟ ਦਾ ਹੱਲ ਹੋ ਸਕਦਾ ਹੈ। ਅੱਜ ਅਸੀਂ ਇੱਕ ਅਜਿਹੇ ਸਿਧਾਂਤ ਦੀ ਡੂੰਘਾਈ ਵਿੱਚ ਉਤਰਾਂਗੇ ਜੋ ਭੌਤਿਕ ਵਿਗਿਆਨ, ਜੀਵ ਵਿਗਿਆਨ ਅਤੇ ਇੱਕ ਆਉਣ ਵਾਲੀ ਕੁਦਰਤੀ ਆਫਤ ਨੂੰ ਇੱਕੋ ਧਾਗੇ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ। ਚਲੋ ਦੇਖਦੇ ਹਾਂ ਕਿ ਇਹ ਸਭ ਆਪਸ ਵਿੱਚ ਕਿਵੇਂ ਜੁੜਿਆ ਹੈ। ਦੇਖੋ, ਇਸ ਸਿਧਾਂਤ ਦੀ ਸ਼ੁਰੂਆਤ ਕਿਸੇ ਲੈਬ ਤੋਂ ਨਹੀਂ ਬਲਕਿ ਇੱਕ ਬਹੁਤ ਹੀ ਗੰਭੀਰ ਚੇਤਾਵਨੀ ਤੋਂ ਹੁੰਦੀ ਹੈ। ਸਰੋਤ ਸਿੱਧਾ 8 ਤੋਂ 9 ਰਿਕਟਰ ਸਕੇਲ ਦੇ ਇੱਕ ਵੱਡੇ ਭੂਚਾਲ ਦੀ ਗੱਲ ਕਰ ਰਿਹਾ ਹੈ। ਇਹ ਕੋਈ ਛੋਟੀ-ਮੋਟੀ ਗੱਲ ਨਹੀਂ, ਇਹੀ ਉਹ ਖਤਰਾ ਹੈ ਜਿਸ ਨੂੰ ਸਮਝਣ ਲਈ ਇਹ ਪੂਰਾ ਫਰੇਮਵਰਕ ਤਿਆਰ ਕੀਤਾ ਗਿਆ ਹੈ। ਤਾਂ ਫਿਰ ਆਪਾਂ ਇਸ ਨੂੰ ਕਿਵੇਂ ਸਮਝਾਂਗੇ? ਸਫ਼ਰ ਕੁਝ ਇਸ ਤਰ੍ਹਾਂ ਰਹੇਗਾ। ਪਹਿਲਾਂ ਆਪਾਂ ਹਿਮਾਲਿਆ ਦੇ ਸੰਕਟ ਨੂੰ ਦੇਖਾਂਗੇ, ਫਿਰ ਉਸ ਫਿਲਫੋ ਕਣ ਸਿਧਾਂਤ ਦੀ ਗੱਲ ਕਰਾਂਗੇ ਜੋ ਇਸ ਦੀ ਵਿਆਖਿਆ ਕਰਦਾ ਹੈ। ਉਸ ਤੋਂ ਬਾਅਦ ਧਰਤੀ ਦੇ ਮਨੁੱਖੀ ਮਾਡਲ ਨੂੰ ਸਮਝਾਂਗੇ, ਇਸ ਦੇ ਅਮਲੀ ਹੱਲਾਂ ਤੇ ਨਜ਼ਰ ਮਾਰਾਂਗੇ ਅਤੇ ਅਖੀਰ ਵਿੱਚ ਇਹ ਸਭ ਮਿਲ ਕੇ ਕਿਹੋ ਜਿਹੀ ਤਸਵੀਰ ਬਣਾਉਂਦਾ ਹੈ ਉਸ ਤੇ ਗੱਲ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਨਾਲ, ਹਿਮਾਲਿਆ ਵਿੱਚ ਇੱਕ ਸੰਕਟ। ਸਵਾਲ ਇਹ ਹੈ ਕਿ ਇਹ ਖਤਰਾ ਅਸਲ ਵਿੱਚ ਹੈ ਕੀ? ਇਹ ਸਿਰਫ ਇੱਕ ਭੂਚਾਲ ਤੋਂ ਕਿਤੇ ਵੱਧ ਹੈ। ਦੇਖੋ, ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰੀਆਂ ਘਟਨਾਵਾਂ ਜੋ ਵੱਖ-ਵੱਖ ਲੱਗਦੀਆਂ ਹਨ, ਇੱਕੋ ਲੜੀ ਦਾ ਹਿੱਸਾ ਦੱਸੀਆਂ ਗਈਆਂ ਹਨ। ਉੱਤਰੀ ਧਰੁਵ ਦਾ ਪੋਲਰ ਵਾਰਟੈਕਸ ਕਮਜ਼ੋਰ ਹੋ ਰਿਹਾ ਹੈ, ਠੰਡੀਆਂ ਲਹਿਰਾਂ ਆ ਰਹੀਆਂ ਹਨ, ਇੱਥੋਂ ਤੱਕ ਕਿ ਮਾਨਸੂਨ ਦੇ ਬੱਦਲ ਪਹਿਲੀ ਵਾਰ ਹਿਮਾਲਿਆ ਨੂੰ ਪਾਰ ਕਰ ਰਹੇ ਨੇ। ਇਹ ਸਭ ਕੁਝ ਇੱਕ ਵੱਡੇ ਭੂਚਾਲ ਵੱਲ ਇਸ਼ਾਰਾ ਕਰ ਰਿਹਾ ਹੈ। ਤਾਂ ਸਵਾਲ ਇਹ ਬਣਦਾ ਹੈ ਕਿ ਅਜਿਹਾ ਕੋਈ ਇੱਕ ਸਿਧਾਂਤ ਹੋ ਸਕਦਾ ਹੈ ਜੋ ਮੌਸਮ, ਧਰਤੀ ਦੀ ਭੂਗੋਲਿਕ ਸਥਿਤੀ ਅਤੇ ਭੂਚਾਲ ਵਰਗੀਆਂ ਘਟਨਾਵਾਂ ਨੂੰ ਇੱਕੋ ਥਾਂ ਤੇ ਲਿਆ ਸਕੇ? ਇਹੀ ਉਹ ਸਵਾਲ ਹੈ ਜੋ ਸਾਨੂੰ ਇਸ ਪੂਰੇ ਵਿਸ਼ਲੇਸ਼ਣ ਦੇ ਕੇਂਦਰ ਵਿੱਚ ਲੈ ਕੇ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਜਵਾਬ ਦੀ, ਜੋ ਕਿ ਹੈ ਭਾਗ 2 ਫਿਲਫੋ ਕਣ ਸਿਧਾਂਤ। ਇੱਥੇ ਆਪਾਂ ਨੂੰ ਮੌਜੂਦਾ ਵਿਗਿਆਨ ਦੀਆਂ ਕਿਤਾਬਾਂ ਤੋਂ ਥੋੜਾ ਪਰੇ ਹਟ ਕੇ ਸੋਚਣਾ ਪਵੇਗਾ, ਕਿਉਂਕਿ ਇਹ ਇੱਕ ਬਿਲਕੁਲ ਨਵੇਂ ਨਜ਼ਰੀਏ ਦੀ ਗੱਲ ਕਰਦਾ ਹੈ। ਇਸ ਪੂਰੀ ਕਹਾਣੀ ਦਾ ਹੀਰੋ ਹੈ ਫਿਲਫੋ ਗ੍ਰੀਨਗ੍ਰੇਸ ਕਣ। ਇਸ ਨੂੰ ਨਿਊਟ੍ਰੀਨੋ ਅਤੇ ਐਕਸੀਅਨ ਵਰਗੇ ਕਣਾਂ ਤੋਂ ਬਣਿਆ ਮੰਨਿਆ ਜਾਂਦਾ ਹੈ, ਜੋ ਕਿ ਪਹਿਲਾਂ ਹੀ ਕਾਫੀ ਰਹੱਸਮਈ ਹਨ। ਔਰ ਇਸ ਦਾ ਕੰਮ ਕੀ ਹੈ? ਬਹੁਤ ਸਿੱਧਾ-ਸਾਦਾ। ਇਹ ਹਰ ਜੀਵਿਤ ਚੀਜ਼ ਵਿੱਚੋਂ ਲੰਘਦਾ ਹੈ ਅਤੇ ਪੂਰੇ ਈਕੋਸਿਸਟਮ ਨੂੰ ਇੱਕ ਦੂਜੇ ਨਾਲ ਜੋੜਦਾ ਹੈ। ਜਦੋਂ ਆਪਾਂ 5th ਡਾਇਮੈਂਸ਼ਨ ਬਾਰੇ ਸੋਚਦੇ ਹਾਂ ਤਾਂ ਦਿਮਾਗ ਵਿੱਚ ਕੋਈ ਲੁਕਵੀਂ ਦੁਨੀਆ ਆਉਂਦੀ ਹੈ, ਪਰ ਇਹ ਸਿਧਾਂਤ ਕਹਿੰਦਾ ਨਹੀਂ, 5ਵਾਂ ਆਯਾਮ ਕੋਈ ਥਾਂ ਨਹੀਂ, ਸਗੋਂ ਇੱਕ ਪ੍ਰਕਿਰਿਆ ਹੈ, ਗਤੀ ਵਿੱਚ ਤਬਦੀਲੀ। ਯਾਨੀ ਜਦੋਂ ਵੀ ਕੋਈ ਚੀਜ਼ ਤੇਜ਼ ਜਾਂ ਹੌਲੀ ਹੁੰਦੀ ਹੈ ਤਾਂ ਉਹ ਅਸਲ ਵਿੱਚ 5ਵੇਂ ਆਯਾਮ ਨਾਲ ਗੱਲਬਾਤ ਕਰ ਰਹੀ ਹੁੰਦੀ ਹੈ। ਤਾਂ ਫਿਰ ਇਸ ਸਿਧਾਂਤ ਮੁਤਾਬਿਕ ਜ਼ਿੰਦਗੀ ਬਣਦੀ ਕਿਵੇਂ ਹੈ? ਇਸ ਦੀ ਇੱਕ 4 ਪੜਾਵੀ ਪ੍ਰਕਿਰਿਆ ਹੈ। ਇਹ ਇੱਕ ਨਿਊਟ੍ਰੀਨੋ ਤੋਂ ਸ਼ੁਰੂ ਹੁੰਦੀ ਹੈ, ਫਿਰ ਐਕਸੀਅਨ ਬਣਦੀ ਹੈ, ਫਿਰ ਇਹ ਵੋਇਡ ਯਾਨੀ ਖਾਲੀ ਥਾਂ ਵਿੱਚੋਂ ਲੰਘਦੀ ਹੈ ਅਤੇ ਅਖੀਰ ਵਿੱਚ 2D ਪਦਾਰਥ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਇਹੀ ਜੀਵਨ ਦੀ ਬੁਨਿਆਦ ਹੈ। ਪਰ ਸੋਚੋ, ਖਾਲੀ ਥਾਂ ਤੋਂ ਕੋਈ ਚੀਜ਼ ਬਣੇਗੀ ਕਿਵੇਂ? ਉਸ ਨੂੰ ਆਕਾਰ ਕੌਣ ਦੇਵੇਗਾ? ਇੱਥੇ ਜਵਾਬ ਹੈ ਸਾਈਮੈਟਿਕਸ, ਯਾਨੀ ਆਵਾਜ਼ ਅਤੇ ਕੰਪਨ ਦਾ ਵਿਗਿਆਨ। ਇਸ ਥਿਊਰੀ ਅਨੁਸਾਰ ਇਹ ਬ੍ਰਹਿਮੰਡੀ ਕੰਪਨਾਂ ਹੀ ਉਹ ਆਰਕੀਟੈਕਟ ਹਨ ਜੋ ਖਾਲੀਪਣ ਵਿੱਚੋਂ ਜੀਵਨ ਨੂੰ ਕਰਦੀਆਂ ਹਨ। ਹੁਣ ਇਹ ਗੱਲ ਸਿੱਧੀ ਸਾਡੇ ਖਾਣ-ਪੀਣ ਨਾਲ ਜੁੜਦੀ ਹੈ, ਜਿਸ ਨੂੰ DNA ਤਾਰਾਵਾਂ ਕਿਹਾ ਗਿਆ ਹੈ। ਫਲਾਂ ਵਿੱਚ 4D ਊਰਜਾ, ਪੱਤਿਆਂ ਵਿੱਚ 5D ਅਤੇ ਬੀਜਾਂ ਵਿੱਚ ਤਾਂ 11D ਊਰਜਾ ਤੱਕ ਦੱਸੀ ਗਈ ਹੈ। ਮਤਲਬ ਸਾਡਾ ਭੋਜਨ ਸਿਰਫ ਪੋਸ਼ਣ ਨਹੀਂ, ਸਗੋਂ ਵੱਖ-ਵੱਖ ਆਯਾਮਾਂ ਤੋਂ ਆਉਣ ਵਾਲੀ ਜਾਣਕਾਰੀ ਦਾ ਸਰੋਤ ਹੈ। ਚਲੋ ਹੁਣ ਗੱਲ ਕਰਦੇ ਹਾਂ ਇਸ ਸਿਧਾਂਤ ਦੇ ਸਭ ਤੋਂ ਦਿਲਚਸਪ ਅਤੇ ਸ਼ਾਇਦ ਸਭ ਤੋਂ ਹੈਰਾਨੀਜਨਕ ਦਾਅਵੇ ਦੀ, ਧਰਤੀ ਦਾ ਮਨੁੱਖੀ ਮਾਡਲ। ਇਹ ਆਈਡੀਆ ਹੈ ਕਿ ਜੋ ਬਾਹਰ ਹੈ ਉਹੀ ਅੰਦਰ ਹੈ। ਇਸ ਥਿਊਰੀ ਦਾ ਸਭ ਤੋਂ ਵੱਡਾ ਆਈਡੀਆ ਇਹ ਹੈ, ਮਨੁੱਖੀ ਸਰੀਰ ਸਿਰਫ ਧਰਤੀ ਤੇ ਨਹੀਂ ਰਹਿੰਦਾ, ਇਹ ਖੁਦ ਇੱਕ ਛੋਟੀ ਜਿਹੀ ਧਰਤੀ ਹੈ। ਸਾਡੇ ਸਰੀਰ ਅੰਦਰ ਜੋ ਕੁਝ ਵੀ ਹੋ ਰਿਹਾ ਹੈ, ਉਸ ਦਾ ਹੀ ਇੱਕ ਵੱਡਾ ਰੂਪ ਬਾਹਰ ਧਰਤੀ ਤੇ ਵਾਪਰ ਰਿਹਾ ਹੈ। ਅਤੇ ਜਦੋਂ ਇਹਨਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਉਹ ਕਾਫੀ ਹੈਰਾਨ ਕਰਦੀ ਹੈ। ਇੱਕ ਇਨਸਾਨ ਨੂੰ ਦਿਲ ਦਾ ਦੌਰਾ ਪੈਣਾ ਧਰਤੀ ਤੇ ਹੜ੍ਹ ਆਉਣ ਵਰਗਾ ਹੈ। ਸਰੀਰ ਵਿੱਚ ਅਧਰੰਗ ਦਾ ਅਟੈਕ ਧਰਤੀ ਤੇ ਭੂਚਾਲ ਆਉਣ ਦੇ ਬਰਾਬਰ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਉਹ ਕਿਸੇ ਜਵਾਲਾਮੁਖੀ ਦੇ ਫਟਣ ਵਰਗਾ ਹੈ। ਆਪਾਂ CERN ਵਰਗੀਆਂ ਵੱਡੀਆਂ ਮਸ਼ੀਨਾਂ ਬਾਰੇ ਸੁਣਦੇ ਹਾਂ ਜੋ ਕਣਾਂ ਨੂੰ ਤੇਜ਼ ਕਰਦੀਆਂ ਹਨ। ਇਹ ਸਿਧਾਂਤ ਕਹਿੰਦਾ ਹੈ ਕਿ ਉਸ ਦੀ ਕੋਈ ਲੋੜ ਨਹੀਂ। ਹਰ ਮਨੁੱਖੀ ਸਰੀਰ ਆਪਣੇ ਆਪ ਵਿੱਚ ਇੱਕ ਜੀਵਿਤ ਬਾਇਓ ਐਕਸਲਰੇਟਰ ਹੈ ਜੋ ਲਗਾਤਾਰ ਫਿਲਫੋ ਕਣਾਂ ਨੂੰ ਊਰਜਾ ਦੇ ਰਿਹਾ ਹੈ। ਇੱਕ ਤਰ੍ਹਾਂ ਨਾਲ ਹਰ ਇਨਸਾਨ ਇੱਕ ਚਲਦਾ ਫਿਰਦਾ ਪਾਰਟੀਕਲ ਐਕਸਲਰੇਟਰ ਹੈ। ਇਹ ਸੁਣਨ ਵਿੱਚ ਥੋੜਾ ਅਜੀਬ ਲੱਗੇਗਾ, ਪਰ ਧਰਤੀ ਦਾ ਕੇਂਦਰ, ਸਾਡਾ ਆਪਣਾ ਸਰੀਰ ਅਤੇ ਇੱਕ ਕੇਲਾ, ਇਹਨਾਂ ਸਭ ਵਿੱਚ ਇੱਕ ਸਾਂਝੀ ਗੱਲ ਹੈ
ਇਹ ਸਾਰੇ ਇੱਕ ਖਾਸ ਪ੍ਰਕਿਰਿਆ ਰਾਹੀਂ ਨਿਊਟ੍ਰੀਨੋ ਛੱਡਦੇ ਹਨ। ਇਹੀ ਉਹ ਤਾਗਾ ਹੈ ਜੋ ਇੱਕ ਬੇਜਾਨ ਗ੍ਰਹਿ, ਇੱਕ ਜੀਵਿਤ ਇਨਸਾਨ ਅਤੇ ਇੱਕ ਫਲ ਨੂੰ ਆਪਸ ਵਿੱਚ ਜੋੜਦਾ ਹੈ। ਠੀਕ ਹੈ, ਇਹ ਸਾਰਾ ਗਿਆਨ ਤਾਂ ਬਹੁਤ ਦਿਲਚਸਪ ਹੈ, ਪਰ ਇਸ ਦਾ ਫਾਇਦਾ ਕੀ ਹੈ? ਕੀ ਇਸ ਨੂੰ ਅਸਲ ਜ਼ਿੰਦਗੀ ਵਿੱਚ ਕਿਤੇ ਵਰਤਿਆ ਜਾ ਸਕਦਾ ਹੈ? ਹੁਣ ਅਸੀਂ ਇਸ ਦੇ ਅਮਲੀ ਪੱਖ ਤੇ ਆਉਂਦੇ ਹਾਂ। ਇੱਥੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਚਾਰ ਪੇਸ਼ ਕੀਤਾ ਗਿਆ ਹੈ। ਜ਼ਰਾ ਕਲਪਨਾ ਕਰੋ ਕੀ ਹੋਵੇ ਜੇ ਭੂਚਾਲ ਦੀ ਤਬਾਹੀ ਮਚਾਉਣ ਵਾਲੀ ਊਰਜਾ ਨੂੰ ਹੀ ਬਚਾ ਲਈ ਵਰਤਿਆ ਜਾਵੇ। ਇਹ ਸਿਧਾਂਤ ਕਹਿੰਦਾ ਹੈ ਕਿ ਭੂਚਾਲ ਦੀਆਂ ਤਰੰਗਾਂ ਨੂੰ ਵਰਤ ਕੇ ਇਮਾਰਤਾਂ ਨੂੰ ਮੈਗਲੇਵ ਟ੍ਰੇਨ ਵਾਂਗ ਥੋੜਾ ਜਿਹਾ ਹਵਾ ਵਿੱਚ ਚੁੱਕਿਆ ਜਾ ਸਕਦਾ ਹੈ ਤਾਂ ਜੋ ਉਹ ਸੁਰੱਖਿਅਤ ਰਹਿਣ। ਆਪਾਂ ਸੋਚਦੇ ਹਾਂ ਕਿ ਸਾਹ ਲੈਣਾ, ਪਸੀਨਾ ਆਉਣਾ, ਇਹ ਸਭ ਆਮ ਜੀਵ ਵਿਗਿਆਨਿਕ ਪ੍ਰਕਿਰਿਆਵਾਂ ਹਨ, ਪਰ ਇਸ ਨਜ਼ਰੀਏ ਨਾਲ ਇਹ 6 ਜੀਵਨ ਧਾਰਾਵਾਂ ਹਨ। ਮਤਲਬ ਅਸੀਂ ਸਿਰਫ ਧਰਤੀ ਤੋਂ ਲੈ ਹੀ ਨਹੀਂ ਰਹੇ, ਬਲਕਿ ਹਰ ਪਲ ਇਸ ਬ੍ਰਹਮੰਡੀ ਚੱਕਰ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹਾਂ। ਅਤੇ ਇਹ ਕਹਾਣੀ ਸਿਰਫ ਸਾਇੰਸ ਤੱਕ ਹੀ ਸੀਮਿਤ ਨਹੀਂ ਹੈ। ਇਹ ਸਿਧਾਂਤ ਅਧਿਆਤਮਕਤਾ ਅਤੇ ਸੰਗੀਤ ਨਾਲ ਵੀ ਜੁੜਦਾ ਹੈ, ਖਾਸ ਕਰਕੇ ਗੁਰਮੁਖੀ ਸੰਗੀਤ ਸ਼ਾਸਤਰ ਨਾਲ, ਜਿੱਥੇ ਮੰਨਿਆ ਜਾਂਦਾ ਹੈ ਕਿ ਸੰਗੀਤ ਦੇ ਸਾਜ਼ ਅਸਲ ਵਿੱਚ ਬ੍ਰਹਿਮੰਡੀ ਪ੍ਰਕਿਰਿਆਵਾਂ ਦੀ ਹੀ ਨਕਲ ਹਨ। ਤਾਂ ਫਿਰ ਇਸ ਸਭ ਦਾ ਮਤਲਬ ਕੀ ਨਿਕਲਦਾ ਹੈ? ਹੁਣ ਆਪਾਂ ਸਾਰੇ ਧਾਗਿਆਂ ਨੂੰ ਇਕੱਠਾ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਇਹ ਸਿਧਾਂਤ ਸਾਨੂੰ ਕਿਹੜੀ ਵੱਡੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਆਖਿਰ ਵਿੱਚ ਸਭ ਕੁਝ ਇੱਕ ਥਾਂ ਤੇ ਆ ਕੇ ਜੁੜ ਜਾਂਦਾ ਹੈ। ਇਹ ਸਿਧਾਂਤ ਫਿਲਫੋਕਰਨ ਨੂੰ ਸਿੱਧਾ ਗਗਨ ਮੈਥਾਲ ਦੀ ਪਵਿੱਤਰ ਧਾਰਨਾ ਨਾਲ ਜੋੜਦਾ ਹੈ, ਜਿਸ ਦਾ ਅਰਥ ਹੈ ਕਿ ਸਾਰਾ ਬ੍ਰਹਿਮੰਡ ਇੱਕ ਬ੍ਰਹਮ ਥਾਲੀ ਵਾਂਗ ਹੈ। ਇਹੀ ਉਹ ਬਿੰਦੂ ਹੈ ਜਿੱਥੇ ਵਿਗਿਆਨ ਅਤੇ ਅਧਿਆਤਮਿਕਤਾ ਇੱਕ ਹੋ ਜਾਂਦੇ ਹਨ। ਤਾਂ ਅੰਤ ਵਿੱਚ ਇਹ ਸਵਾਲ ਸਾਡੇ ਸਾਹਮਣੇ ਖੜਾ ਹੈ, ਕੀ ਇਹ ਸੱਚਮੁੱਚ ਸੰਭਵ ਹੈ ਕਿ ਇੱਕ ਸਿੰਗਲ ਕਣ ਦਾ ਸਿਧਾਂਤ ਹਕੀਕਤ ਦੇ ਇੰਨੇ ਵੱਖ-ਵੱਖ ਪਹਿਲੂਆਂ ਨੂੰ ਇੱਕ ਦੂਜੇ ਨਾਲ ਜੋੜ ਸਕਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਇਸ ਸਿਧਾਂਤ ਦੀ ਵਿਸ਼ਾਲਤਾ ਅਤੇ ਇਸ ਦੇ ਪ੍ਰਭਾਵਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ।